सब्सक्राइब करें हमारा ऑफिशियल YouTube चैनल और बेल आइकन दबाकर पाएं सभी नोटिफिकेशन। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਵੀ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਭਖਦਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੀ ਵੀ ਆਪਣੀਆਂ ਤਿਆਰੀਆਂ ਕਾਫੀ ਤੇਜ਼ ਨੇ ਤੇ ਪੰਜਾਬ ਕਾਂਗਰਸ ਅੱਜ ਕਿਸ ਮੁਕਾਮ ਤੇ ਹੈ ਔਰ ਅੱਗੇ ਦੀ ਕੀ ਸਟ੍ਰੈਟਜੀ ਹੈ, ਸੰਗਠਨ ਦੀ ਕੀ ਤਿਆਰੀ ਹੈ, ਇਸ ਬਾਰੇ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਪ੍ਰਗਟ ਸਿੰਘ ਜੀ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨੇ, ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨੇ ਔਰ ਇੱਕ ਜਾਣਾ ਪਛਾਣਾ ਚਿਹਰਾ ਨੇ। ਪ੍ਰਗਟ ਸਿੰਘ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਇਸ ਇੰਟਰਵਿਊ ਵਿੱਚ। ਇੱਕ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਚਾਹਾਂਗੇ ਤੁਹਾਡੇ ਤੋਂ ਜੀ ਕਿ ਪੰਜਾਬ ਕਾਂਗਰਸ ਦੀ ਹੁਣ ਅੱਜ ਦੇ ਜਿਹੜਾ ਸੰਗਠਨਾਤਮਕ ਜਿਹੜੇ ਚੇਂਜਸ ਹੋਣੇ ਆ ਉਹਨਾਂ ਨੂੰ ਲੈ ਕੇ ਕੀ ਅਪਡੇਟ ਹੈ? ਅਸੀਂ ਕਾਫੀ ਫੀਡਬੈਕ ਲੈ ਰਹੇ ਹੈਗੇ ਆ ਔਰ ਜਿਹੜੇ ਸੀਨੀਅਰ ਲੀਡਰਸ ਹੈਗੇ ਆ ਔਰ MLAs ਹੈਗੇ ਆ ਜਾਂ ਕਿਸੇ ਵੀ ਪੋਸਟ 'ਤੇ ਹੈਗੇ ਆ ਉਹਨਾਂ ਦੀ ਫੀਡਬੈਕ ਲੈ ਕੇ ਅਦਰਵਾਈਜ਼ ਫੀਡਬੈਕ ਲੈ ਕੇ ਅਤੇ ਸਾਡੀ ਕੋਸ਼ਿਸ਼ ਹੈਗੀ ਆ ਵੀ ਸੰਗਠਨ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਬਣਾ ਕੇ ਅਤੇ ਫੀਲਡ ਦੇ ਵਿੱਚ ਜਿਹੜਾ ਉਹ ਉਤਾਰਿਆ ਜਾਵੇ। ਲੇਕਿਨ ਅਸੀਂ ਜੋ ਦੇਖ ਰਹੇ ਪੰਜਾਬ ਕਾਂਗਰਸ 'ਚ ਜਿਹੜੇ ਰਿਪਲਸ ਹੈਗੇ ਨੇ, ਜੋ ਡਿਵੈਲਪਮੈਂਟਸ ਚੱਲ ਰਹੀਆਂ, ਅਸੀਂ ਕਹਿੰਦੇ ਖਾਨਾ ਜੰਗੀ ਚੱਲ ਰਹੀ, ਲੈਟਸ ਬੀ ਵੈਰੀ ਕਲੀਅਰ ਔਨ ਦੈਟ। ਅਤੇ ਇਹ ਖਾਨਾ ਜੰਗੀ ਦਾ ਹੁਣ ਇਸ ਸੰਗਠਨਾਤਮਕ ਜਿਹੜੇ ਨਵਾਂ ਤੁਸੀਂ ਸਟਰਕਚਰ ਬਣਾਉਣ ਜਾ ਰਹੇ ਹੋ ਔਰ ਆਉਣ ਵਾਲੀਆਂ ਚੋਣਾਂ, ਇਹਨਾਂ ਦੇ ਉੱਤੇ ਕੀ ਅਸਰ ਪੈ ਸਕਦਾ ਹੈ? ਨਹੀਂ, ਖਾਨਾ ਜੰਗੀ ਕੋਈ ਨਹੀਂ ਹੈ। ਦੇਖੋ, ਹਮੇਸ਼ਾ ਮੈਂ ਤਾਂ ਕਿਉਂਕਿ ਨਾ ਤਾਂ ਕਦੀ ਮੈਂ ਗਰੁੱਪ ਬਣਾਉਂਦਾ ਨਾ ਗਰੁੱਪ ਨੂੰ ਕਦੀ ਹਮਾਇਤ ਕਰਦੇ। ਇਟ ਇਜ਼ ਓਨਲੀ ਕਿਉਂਕਿ ਇਸ਼ੂਜ਼ ਦੀ ਗੱਲ ਹੈਗੀ ਆ, ਉਹ ਜ਼ਰੂਰ ਕਿਤੇ ਨਾ ਕਿਤੇ ਕਈ ਦੇ ਵੀ ਹੈਗੇ ਆ, ਲੇਕਿਨ ਜਿੱਥੋਂ ਤੱਕ ਆਰਗੇਨਾਈਜੇਸ਼ਨ ਦਾ ਸਵਾਲ ਹੈ, ਆਈ ਡੋਂਟ ਥਿੰਕ ਸੋ ਕਿ ਅਸੀਂ ਜਦੋਂ ਸਾਰਿਆਂ ਨਾਲ ਕੰਸਲਟ ਕਰ ਰਹੇ ਹਾਂ ਸੋ ਉਹਦੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ, ਤਾਂ ਕਿ ਜਿਹੜੇ ਚੰਗੇ ਸੁਹਿਰਦ ਬੰਦੇ ਹੈਗੇ ਆ ਉਹ ਅੱਗੇ ਆਣ ਕੇ ਆਰਗੇਨਾਈਜੇਸ਼ਨ 'ਚ ਕੰਮ ਕਰਨ ਅਤੇ ਉਹ ਜਿਹੜਾ ਆ ਇਸ ਜਿਹੜੀ ਮੁਹਿੰਮ ਹੈਗੀ ਆ ਉਹਨੂੰ ਅਗਲੇ ਪੜਾਅ ਤੱਕ ਲੈ ਕੇ ਜਾਣ। ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਤੁਸੀਂ ਬਣਾ ਰਹੇ ਹੋ, ਕਿਆ ਇਹਦੇ ਵਿੱਚ ਵੀ ਦੋ ਫੈਕਸ਼ਨਸ ਨਹੀਂ ਹੈ, ਕਿਸ ਨੂੰ ਪ੍ਰਾਇੋਰਟੀ ਦੇਣੀ ਹੈ, ਕਿਸ ਨੂੰ ਨਹੀਂ ਦੇਣੀ ਹੈ? ਇੱਦਾਂ ਦੀ ਕੋਈ ਇਸ਼ੂ ਨਹੀਂ ਹੈ ਸਾਡੇ ਐਟਲੀਸਟ। ਹਾਂ, ਡੈਫੀਨੇਟਲੀ, ਕਿਉਂਕਿ ਹਰ ਬੰਦੇ ਨਾਲ ਕੰਸਲਟ ਕਰਕੇ, ਕਿਉਂਕਿ ਮਿਨਿਸਟਰਸ ਹੈ, MLAs ਹੈ, ਸੀਨੀਅਰ ਲੀਡਰਸ ਹੈ, ਸੋ ਉਹਦੇ ਵਿੱਚ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ। ਔਰ ਦੂਸਰੀ ਗੱਲ ਇਹ ਵੀ ਹੈ ਕਿ ਉਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਅਸੀਂ ਕਲੋਜ਼ ਮਾਈਂਡ ਰਹਿ ਕੇ ਇੱਦਾਂ ਦਾ ਸਟਰਕਚਰ ਬਣਾਉਂਦੇ ਆ। ਸੋ ਆਈ ਐਮ ਵੈਰੀ ਓਪਨ ਕਿ ਹਾਂ ਵੀ ਆਪਾਂ ਡਿਸਕਸ ਕਰੀਏ, ਜੋ ਉੱਥੇ ਬੈਸਟ ਲੋਟ ਹੈਗਾ ਉਹਦੇ ਮੁਤਾਬਕ ਆਪਾਂ ਕੰਮ ਕਰੀਏ। ਔਰ ਦੂਸਰੀ ਇਹ ਵੀ ਹੈ, ਇੱਕ ਪ੍ਰੋਸੈਸ ਇਹ ਵੀ ਚੱਲ ਰਿਹਾ ਹੈਗਾ ਵੀ ਨਾਲ ਉਹਨਾਂ ਦੇ ਵਰਕਿੰਗ ਪ੍ਰਧਾਨ ਵੀ ਲਾਈਏ। ਜਿਸ ਤਰ੍ਹਾਂ ਬੇਸਿਕਲੀ ਸਾਡੇ ਪੰਜਾਬ ਦੇ ਵਿੱਚ ਪ੍ਰਧਾਨ ਲੱਗਿਆ ਅਤੇ ਨਾਲ 4 ਵਰਕਿੰਗ ਪ੍ਰਧਾਨ ਲੱਗੇ ਹੈਗੇ ਆ, ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਵੀ ਥੱਲੇ ਵੀ ਜਿਹੜਾ ਉਹ ਨਾਲ ਵਰਕਿੰਗ ਪ੍ਰਧਾਨ ਲਾਵੇ, ਤਾਂ ਕਿ ਜਿਹੜੀ ਮੈਨ ਪਾਵਰ ਵੱਧ ਹੋ ਜਾਵੇ, ਜਿਹੜੀ ਥਾਟ ਪ੍ਰੋਸੈਸ ਆ ਉਹ 'ਚ ਕਲੈਰਿਟੀ ਆ ਜਾਵੇ ਔਰ ਉਹ ਆਰਗੇਨਾਈਜੇਸ਼ਨ ਨੂੰ ਬੈਟਰ ਆਰਗੇਨਾਈਜੇਸ਼ਨ ਜਿਹੜਾ ਉਹ ਕਰ ਸਕਦੇ ਆ। ਤੁਸੀਂ ਥਾਟ ਪ੍ਰੋਸੈਸ ਦੀ ਕਲੈਰਿਟੀ ਦੀ ਗੱਲ ਕੀਤੀ ਹੈ। ਹੁਣ ਜਿਹੜੇ 4 ਮੰਤਰੀ ਸੀਗੇ ਦੇਹਰਾਦੂਨ ਗਏ, ਜਿਹੜੇ ਫੈਕਸ਼ਨ ਹੋਏ, ਅਸੀਂ ਸਾਫ਼ ਹੈ ਕਿ ਹਾਈ ਕਮਾਂਡ ਨੂੰ ਜਾ ਕੇ ਅਪਰੋਚ ਕੀਤਾ। ਹੁਣ ਜਿਹੜੀ ਥਾਟਸ ਦੀ ਕਲੈਰਿਟੀ ਹੈ ਉਹ ਅੱਜ ਦੀ ਡੇਟ ਵਿੱਚ ਕੀ ਹੈ? ਵੀ ਆਰ ਫਾਈਂਡਿੰਗ some sort of ceasefire, ਕੋਈ ਇੱਕ ਦੋਨੋਂ ਤਰਫ ਤੋਂ ਕੁਝ ਹੋ। ਗੱਲ ਸੀਜ਼ਫਾਇਰ ਦੀ ਨਹੀਂ ਹੈ, ਕੁਛ ਇਸ਼ੂਜ਼ ਹੈਗੇ ਆ। ਹਰ ਬੰਦਾ ਦੇਖੋ, ਮੈਨੂੰ ਲੱਗਦਾ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਉਹਨੂੰ ਗੱਲ ਕਹਿਣ ਦਾ ਅਧਿਕਾਰ ਹੈਗਾ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਗੱਲ ਨਹੀਂ ਉਹਦੀ ਸੁਣੀ ਜਾਂਦੀ। ਅੱਛਾ, ਐਂਡ ਆਫ ਦਾ ਡੇ ਤਾਂ ਇਟ ਇਜ਼ ਏ ਡਿਫਰੈਂਸ ਆਫ ਓਪੀਨੀਅਨ। ਦੇਖੋ, ਬਹੁਤੀ ਵਾਰੀ ਪ੍ਰੈਸ ਜਿਹੜੀ ਆ ਉਹਨੂੰ ਰਿਬੈਲ ਦਾ ਨਾਂ ਦਿੰਦੀ ਆ, ਪਰ ਮੈਨੂੰ ਲੱਗਦਾ ਕਿ ਹਰ ਪਾਰਟੀ ਦੇ ਵਿੱਚ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈਗੀ ਹੈ ਉਹਨੂੰ ਸਟਰੋਂਗ ਹੋਣ ਦੀ ਜ਼ਰੂਰਤ ਹੈਗੀ ਆ। ਆਈ ਐਮ ਵੈਰੀ ਓਪਨ ਕਿ ਹਾਂ ਵੀ ਕੋਈ ਮੇਰਾ ਕ੍ਰਿਟਿਸਿਜ਼ਮ ਕਰੇ ਐਂਡ ਪੋਜ਼ੀਟਿਵ ਕ੍ਰਿਟਿਸਿਜ਼ਮ ਕਰੇ, ਡਿਸਕਸ਼ਨ ਹੋਵੇ, ਡਿਸਕਸ਼ਨ ਤੋਂ ਬਾਅਦ ਉਹਦੇ 'ਤੇ ਉਹਦੀਆਂ ਕਰੈਕਸ਼ਨਸ ਹੁੰਦੀਆਂ ਹੈਗੀਆਂ। ਜਿਸ ਤੁਸੀਂ ਕਹਿ ਰਹੇ ਹੋ ਰਿਬੇਲੀਅਨ ਨਹੀਂ ਹੈ, ਬਗਾਵਤ ਨਹੀਂ ਹੈ, ਗੁੱਟਬਾਜੀ ਨਹੀਂ ਹੈ, ਖਾਨਾ ਜੰਗੀ ਨਹੀਂ ਹੈ, ਐਗਜ਼ੈਕਟਲੀ ਫਿਰ ਹੈ ਕੀ ਹੈ? ਨਹੀਂ, ਡਿਫਰੈਂਸ ਆਫ ਓਪੀਨੀਅਨ ਹੈਗੀ ਆ ਕਿ ਹਾਂ ਵੀ ਆਹ ਇਸ਼ੂਜ਼ ਹੈਗੇ ਆ, ਕਿਉਂਕਿ ਹੋ ਸਕਦਾ ਕਿਸੇ ਐਂਗਲ ਤੋਂ ਕੋਈ ਬਿਊਰੋਕਰੈਟਸ ਇੱਕ ਡਿਫਰੈਂਟ ਐਂਗਲ ਨਾਲ ਸੋਚਦਾ ਹੋਵੇ, ਜੇ ਉਹਨੂੰ ਪੋਲੀਟੀਕਲ ਬੰਦਾ ਡਿਫਰੈਂਟ ਐਂਗਲ ਨਾਲ ਸੋਚਦਾ ਹੋਵੇ ਅਤੇ ਫਿਰ ਮੈਨੂੰ ਲੱਗਦਾ ਉਸ ਸਮੇਂ ਦੇ ਵਿੱਚ ਬੈਠ ਕੇ ਸਾਨੂੰ ਜੋ ਐਗਜ਼ੈਕਟਲੀ ਹੋ ਸਕਦਾ ਹੈਗਾ ਉਹਦੇ 'ਤੇ ਸਾਨੂੰ ਗਾਂਹ ਤੁਰ ਲੈਣਾ ਚਾਹੀਦਾ। ਠੀਕ ਹੈ ਜੀ, ਹੁਣ ਗੱਲ ਕਰਦੇ ਹਾਂ ਕਿਸਾਨੀ ਬਾਰੇ। ਜਿਹੜੇ ਕਿਸਾਨੀ ਅੰਦੋਲਨ ਚੱਲਦਾ ਪਿਆ, ਕਿਸਾਨਾਂ ਨੇ ਆਪਣੀ ਕਚਹਿਰੀ ਲਗਾਈ, ਉਹਨਾਂ ਨੇ ਕਾਂਗਰਸ ਨੂੰ ਵੀ ਅਪਰੋਚ ਕੀਤਾ, ਬਾਕੀ ਸਾਰੀ ਸਿਆਸੀ ਪਾਰਟੀਆਂ ਨੂੰ ਅਪਰੋਚ ਕੀਤਾ ਕਿ ਤੁਸੀਂ ਜਦ ਤੱਕ ਇਲੈਕਸ਼ਨ ਹੈਗੇ ਨੇ ਸਿਆਸੀ ਸਮਾਗਮ ਨਾ ਕਰੋ, ਭੀੜ ਭੜੱਕਾ ਨਾ ਕਰੋ। ਕਾਂਗਰਸ ਦੇ ਆਪਣੇ ਆਗੂ ਵੀ ਗਏ, ਉਹਨਾਂ ਨੇ ਵੀ ਕਮਿਟਮੈਂਟ ਕੀਤਾ ਉਹਨਾਂ ਨੂੰ। ਲੇਕਿਨ ਅਸੀਂ ਮੰਨਦੇ ਹਾਂ ਕਿ ਜਦੋਂ ਚੁਣਾਵ ਆਉਣ ਵਾਲੇ ਨੇ, ਚੋਣਾਂ ਆਉਣ ਵਾਲੀਆਂ ਨੇ, ਅਤੇ ਜਦ ਤੱਕ ਲੀਡਰ ਜਾ ਕੇ ਜਨਤਾ ਦੇ ਵਿੱਚ ਵਿਚਰਨਗੇ ਨਹੀਂ ਅਤੇ ਤੁਸੀਂ ਤਿਆਰੀ ਕਿਸ ਤਰ੍ਹਾਂ ਕਰੋਗੇ? ਔਰ ਅਗਰ ਜਿਹੜੀ ਕਿਸਾਨਾਂ ਨੂੰ ਕਮਿਟਮੈਂਟ ਕੀਤਾ ਉਹਦੀ ਕਿੰਨੀ ਅਹਿਮੀਅਤ ਤੁਸੀਂ ਮੰਨਦੇ ਹੋ?
ਨਹੀਂ ਅਸੀਂ ਕਿਸਾਨਾਂ ਦੀਆਂ ਬਹੁਤੀਆਂ ਗੱਲਾਂ ਨਾਲ ਸਹਿਮਤ ਹੈਗੇ ਆ। ਉੱਥੇ ਇਹ ਵੀ ਡਿਸਕਸ਼ਨ ਹੋਈ ਕਿ ਹਾਂ ਵੀ ਅਸੀਂ ਛੋਟੇ ਲੈਵਲ ਤੇ, ਚਲੋ ਵੱਡੇ ਲੈਵਲ ਤੇ ਨਾ ਸਹੀ ਕੋਈ, ਦੇਖੋ ਪਹਿਲੀ ਗੱਲ ਹੈ ਕਿ ਕਾਂਗਰਸ ਹਰ ਉਹ ਕੰਮ ਕਰਨ ਨੂੰ ਤਿਆਰ ਆ ਜਿੱਥੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ, ਪੰਜਾਬ ਦੀ ਸ਼ਾਂਤੀ ਭੰਗ ਨਾ ਹੋਵੇ, ਪੰਜਾਬ ਨੂੰ ਫਾਈਨੈਂਸ਼ੀਅਲੀ ਲਾਸ ਨਾ ਹੋਵੇ, ਤੇ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੀਆਂ ਕਰੈਕਸ਼ਨਸ ਜਿਹੜੀਆਂ ਨਾ ਹੋਣ। ਅਸੀਂ ਉਹ ਹਰ ਕੰਮ ਕਰਨ ਲਈ ਬੇਸਿਕਲੀ ਉਹਦੇ ਵਿੱਚ ਤਿਆਰ ਹੈਗੇ ਆ ਵੀ, ਤਾਂ ਕਿ ਅਸੀਂ ਕੋਈ, ਕਿਉਂਕਿ ਪੰਜਾਬ ਟਕਰਾਅ ਦੀ ਸਥਿਤੀ ਨੂੰ ਅਫੋਰਡ ਹੀ ਨਹੀਂ ਕਰਦਾ। ਕਿਉਂਕਿ ਜੇ ਫਾਈਨੈਂਸ਼ੀਅਲ ਬੈਕਗਰਾਊਂਡ ਦੀ ਗੱਲ ਕਰ ਲਈਏ ਜਾਂ ਫਾਈਨੈਂਸ਼ੀਅਲ ਐਂਗਲ ਦੀ ਗੱਲ ਕਰ ਲਈਏ ਤਾਂ ਸਾਨੂੰ ਉਹਦੇ 'ਤੇ ਕਾਫੀ ਸੁਹਿਰਦ ਹੋਣ ਦੀ ਜ਼ਰੂਰਤ ਹੈ। ਔਰ ਮੇਰਾ ਖਿਆਲ ਹੈ ਵੀ ਸਾਡੀ ਵੀ ਵਾਹਵਾ ਓਪਨ ਡਿਸਕਸ਼ਨ ਹੋਈ ਆ ਕਿ ਆਪਾਂ ਅਲਟੀਮੇਟਲੀ ਜੇ ਪੋਲੀਟੀਕਲ ਪ੍ਰੋਸੈਸ ਨੂੰ ਰੋਕ ਦਾਂਗੇ ਤਾਂ ਫਿਰ ਐਂਡ ਆਫ ਦਾ ਡੇ ਇਹ ਤਾਂ ਨਹੀਂ ਹੈ ਵੀ ਆਪਾਂ ਕਿਤੇ ਗਵਰਨਰ ਰਾਜ ਨੂੰ ਸੱਦਾ ਦੇਣ ਲੱਗ ਪਏ, ਕਿਉਂਕਿ ਜਿਹੜੀ ਕਿ ਬੀਜੇਪੀ ਦੀ ਕਿਤੇ ਨਾ ਕਿਤੇ ਮਨਸ਼ਾ ਜਿਹੜੀ ਉਹ ਲੱਗਦੀ ਆ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਲੱਗਦਾ ਕਿ ਉਹਨਾਂ ਕੁ ਪੋਲੀਟੀਕਲ ਪ੍ਰੋਸੈਸ ਜਿਹੜਾ ਆ ਉਹਨੂੰ ਕੰਟੀਨਿਊ ਰਹਿਣ ਦੇਣਾ ਚਾਹੀਦਾ। ਹੁਣ ਮੰਨ ਲਓ ਸਪੋਜ਼ ਸਾਡੇ ਹੀ ਆ, ਸਾਡੇ ਬੇਸਿਕਲੀ ਜਿੱਦਾਂ ਹੁਣ ਲੈਂਡਲੈਸ ਜਿਹੜੇ ਫਾਰਮਰਸ ਹੈਗੇ ਆ ਜਾਂ ਲੇਬਰਰਸ ਹੈਗੇ ਆ, ਉਹਨਾਂ ਦਾ ਕਰਜ਼ਾ ਮਾਫ ਕੀਤਾ। ਹੁਣ ਕਿਤੇ 100 ਬੰਦੇ ਦਾ, ਕਿਤੇ 200 ਬੰਦੇ ਦਾ, ਕਿਤੇ 400 ਬੰਦੇ ਦਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਡਿਲੀਵਰ ਕਰਨ ਦੀ ਜ਼ਰੂਰਤ ਹੀ ਹੈਗੀ ਹੈ ਨਾ, ਸਰਕਾਰ ਦਾ ਮੈਸੇਜ ਦੇਣ ਦੀ ਜ਼ਰੂਰਤ ਹੀ ਹੈਗੀ ਆ। ਜੇ ਅਸੀਂ ਇਹ ਵੀ ਕਿਹਾ ਵੀ ਅਸੀਂ ਤੁਹਾਡਾ 1 ਨੰਬਰ ਵੀ ਜਿਹੜਾ ਇਸ਼ੂ ਤੁਹਾਡਾ ਹੀ, 2 ਨੰਬਰ ਵੀ ਤੁਹਾਡਾ, 3 ਨੰਬਰ ਵੀ ਤੁਹਾਡਾ, ਪਰ 4 5 6 7 ਉਹ ਵੀ ਤਾਂ ਹੈਗੇ ਆ ਨਾ, ਉਹ ਵੀ ਤਾਂ ਅਲਟੀਮੇਟਲੀ ਡੈਮੋਕ੍ਰੇਸੀ 'ਚ ਆਪਾਂ ਉਹਨੂੰ ਮੂਵ ਤਾਂ ਕਰਾਂਗੇ। ਤੇ ਲਾਸਟ ਵਿੱਚ ਇੱਕ ਸਵਾਲ ਇੱਕ ਹੋਰ ਬਣਦਾ ਜੀ ਤੁਹਾਡੇ ਤੋਂ, ਤੁਸੀਂ ਸਪੋਰਟਸ ਦੇ ਫੀਲਡ ਤੋਂ ਹੋ, ਪੋਲੀਟੀਕਲ ਜਿਹੜਾ ਫੀਲਡ ਹੈ ਤੁਹਾਡੇ ਵਾਸਤੇ ਨਵਾਂ ਹੈ। ਹੁਣ ਜਿਹੜਾ ਇਸ ਟੈਨਿਓਰ ਦਾ ਤੁਹਾਡਾ ਐਕਸਪੀਰੀਅੰਸ ਰਿਹਾ, ਕਿਉਂਕਿ ਸਿਆਸੀ ਜਿਹੜਾ ਫੀਲਡ ਹੁੰਦਾ ਇਹਦੇ ਵਿੱਚ ਵੀ ਬੜੇ ਪੈਨਲਟੀ ਕਾਰਨਰ, ਬੜੇ ਪੈਨਲਟੀ ਸਟ੍ਰੋਕ ਤੁਹਾਨੂੰ ਦੇਖਣ ਨੂੰ ਮਿਲੇ ਹੋਣੇ ਆ। ਤਾਂ ਹਾਊ ਯੂ ਫਾਈਂਡ ਯੋਰ ਐਕਸਪੀਰੀਅੰਸ ਜਿਹੜਾ ਪਿਛਲੇ ਸਾਲ ਦਾ ਹੁਣ ਨਵੇਂ ਟੈਨਿਓਰ ਵਾਸਤੇ ਤੁਸੀਂ ਤਿਆਰੀ ਕਰ ਰਹੇ ਹੋ, ਤੁਹਾਡਾ ਓਵਰਆਲ ਤੁਸੀਂ ਕਿੱਦਾਂ ਸਮ ਅਪ ਕਰੋਗੇ? ਹਾਊ ਯੂ ਫਾਈਂਡ ਡਿਫਰੈਂਸ? ਦੇਖੋ ਮੈਨੂੰ ਤਾਂ ਇਹ ਲੱਗਦਾ ਆਪ ਪਹਿਲੀ ਗੱਲ, ਸਭ ਤੋਂ ਪਹਿਲੀ ਗੱਲ ਤੁਸੀਂ ਆਪ ਸਾਫ਼ ਸੁਥਰੇ ਰਹੋ, ਕਿਉਂਕਿ ਪੋਲੀਟੀਕਲ ਬੰਦੇ 'ਤੇ ਹਰ ਚੀਜ਼ ਦਾ ਦੋਸ਼ ਲੱਗਦਾ। ਤੁਸੀਂ ਆਪ ਕਿੱਦਾਂ ਇਹਨਾਂ ਛਿੱਟਿਆਂ ਤੋਂ ਬਚਣਾ, ਪਹਿਲੀ ਤਾਂ ਉਹ ਗੱਲ ਹੈਗੀ ਆ। ਨੰਬਰ 2, ਮੈਨੂੰ ਲੱਗਦਾ ਵੀ ਇੱਕ ਵਾਰੀ ਸੱਚ ਬੋਲਣਾ ਉਹ ਜ਼ਿਆਦਾ ਵਧੀਆ ਹੈਗਾ, ਜਿਹੜਾ ਇੱਕ ਵਾਰੀ ਝੂਠ ਬੋਲ ਕੇ ਉਹਦੇ ਵਾਰੀ 100 ਵਾਰੀ ਉਹਨੂੰ ਜਸਟੀਫਾਈ ਕਰਨਾ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਆਪਾਂ ਲੈਟ ਅਸ ਚੇਂਜ ਅਪਰ ਥਾਟ ਪ੍ਰੋਸੈਸ ਆਪਣਾ ਕਿਉਂਕਿ ਪੋਲੀਟਿਕਸ ਦਾ ਜਦੋਂ ਹੈ ਨਾ ਲੋਕੀ ਨਾਂ ਲੈਂਦੇ ਆ, ਉਹ ਐਂ ਲੱਗਦਾ ਵੀ ਜਿੱਦਾਂ ਇਹ ਕੋਈ ਗੰਦੀ ਜੀ ਗੱਲ ਕਹਿ ਰਹੇ ਆ, ਜਿੱਦਾਂ ਕੋਈ ਮਾੜੀ ਗੱਲ ਕਹਿ ਰਹੇ ਆ, ਜਦ ਕਿ ਸਾਡਾ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਹੈਗਾ, ਅੱਛਾ ਆਪਣੇ ਨੇ ਕਈ ਵਾਰੀ ਕਹਿ ਦਿੰਦੇ ਵੀ ਯਾਰ ਤੂੰ ਮੇਰੇ ਨਾਲ ਪੋਲੀਟਿਕਸ ਨਾ ਕਰ। ਅੱਛਾ ਬੇਸਿਕਲੀ ਆਪਾਂ ਗੱਲ ਠੀਕ ਕਰੀਏ, ਗੱਲ ਸਿਸਟਮ ਦੀ ਕਰੀਏ। ਦੁਨੀਆ ਦੇ ਉੱਤੇ ਜਿੱਥੇ ਸਟਰੋਂਗ ਸਿਸਟਮ ਹੈਗੇ ਆ, ਲੋਕੀ ਸਟੇਟ ਫਾਰਵਰਡ ਗੱਲ ਕਰਦੇ ਆ, ਉਹ ਜ਼ਿਆਦਾ ਸਕਸੈਸਫੁਲ ਹੈਗੇ ਆ ਬਜਾਏ ਕਿ ਅਸੀਂ ਹਰ ਬੰਦੇ ਨੂੰ, ਕਿਉਂਕਿ ਦੇਖੋ ਇੱਕ ਕਿਸਾਨ ਜਥੇਬੰਦੀਆਂ ਨੇ ਵਧੀਆ ਗੱਲ ਕੀਤੀ ਵੀ ਹਾਂ ਵੀ ਜਿਹੜਾ ਸਾਡਾ ਮੈਨੀਫੈਸਟੋ ਆ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਮੈਂ ਉਦਣ ਵੀ ਕਿਹਾ, ਮੈਂ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵੱਡੀ, ਪੰਜਾਬ ਦੇ ਮੁਤਾਬਕ ਉਹਨਾਂ ਨੇ ਬਹੁਤ ਵੱਡਾ ਸਮਾਂ ਜਿਹੜਾ ਪੋਲੀਟਿਕਸ ਦੇ ਵਿੱਚ ਰਹੇ ਆ ਔਰ ਸਕਸੈਸਫੁਲ ਵੀ ਰਹੇ ਆ, ਪਰ ਉਹਨਾਂ ਨੇ ਫੈਗ ਐਂਡ ਦੇ ਵਿੱਚ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਜਿਹੜਾ ਹੈਗਾ ਜਿਹੜਾ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਔਰ ਮੈਂ ਇਹ ਸਮਝਦਾ ਵੀ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਪਰ ਇਹ ਤਾਂ ਪ੍ਰੋਸੈਸ ਜਿਹੜਾ ਆ ਉਹ ਕਿਉਂਕਿ ਜਿਹੜੀ ਸਾਡੀ ਪਾਰਲੀਮੈਂਟ ਆ ਉੱਥੋਂ ਜਾ ਕੇ ਪਾਸ ਹੋਣਾ, ਅਤੇ ਇਹਦੇ ਪੈਰਾਮੀਟਰਸ ਕੀ ਹੋਣਗੇ, ਇਹ ਸਾਰੀਆਂ ਚੀਜ਼ਾਂ ਬੇਸਿਕਲੀ ਚਾਹੀਦੀਆਂ ਹੈਗੀਆਂ ਤਾਂ ਕਿ ਪੋਲੀਟੀਕਲ ਪਾਰਟੀਆਂ ਅਕਰੋਸ ਦਾ ਪਾਰਟੀ ਲਾਈਨ ਆਪਣੀ ਕਰੈਕਸ਼ਨ ਕਰਕੇ ਉਹਦੇ ਵਿੱਚ ਚੰਗੇ ਬੰਦੇ ਆਉਣ, ਚੰਗੇ ਬੰਦੇ ਆਣ ਕੇ ਸਿਸਟਮ ਨੂੰ ਜਿਹੜੇ ਸਮਝ ਸਕਦੇ ਹੁਣ ਉਹ ਸਿਸਟਮ ਨੂੰ ਰਨ ਕਰਨ, ਤਾਂ ਹੀ ਜਾ ਕੇ ਪੰਜਾਬ ਦਾ ਭਲਾ ਹੋ ਸਕਦਾ। ਅਦਰਵਾਈਜ਼ ਵੀ ਆਰ ਗੋਇੰਗ ਡੇ ਬਾਈ ਡੇ ਡਾਊਨ। ਕਿਉਂਕਿ ਹੁਣ ਜਦੋਂ ਇਸ ਸਰਕਾਰ ਦਾ ਟੈਨਿਓਰ ਪੂਰਾ ਹੋਣਾ, ਲਗਭਗ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਲਈ ਸਾਨੂੰ ਸੁਹਿਰਦ ਹੋਣ ਦੀ ਜ਼ਰੂਰਤ ਹੈ। ਇਹ ਕੋਈ ਸਰਕਸ ਨਹੀਂ ਹੈ, ਇਹ ਕੋਈ ਰਾਕਟ ਸਾਇੰਸ ਆ ਜਿਹਦੇ ਵਿੱਚ ਕੋਈ ਸ਼ਾਰਟਕਟ ਹੋਵੇ, ਜਿਹਦੇ ਵਿੱਚ ਅਸੀਂ ਕੋਈ ਇਹੋ ਜਿਹੀਆਂ ਚੀਜ਼ਾਂ ਪਾ ਦਈਏ ਵੀ ਜਿਹੜਾ ਕਿ ਸਾਡੇ ਪ੍ਰੋਬਲਮ ਕਿੱਥੇ ਆ, ਅਸੀਂ ਚਿਹਰਿਆਂ ਦੀ ਲੜਾਈ ਲੜੀ ਜਾਂਦੇ ਆ, ਅਸੀਂ ਇਸ਼ੂਜ਼ ਦੀ ਲੜਾਈ ਘੱਟ ਲੜਦੇ ਆ। ਜਿੰਨਾ ਚਿਰ ਇਸ਼ੂ ਨੂੰ ਐਡਰੈਸ ਨਹੀਂ ਹੁੰਦਾ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ, ਸਾਡਾ ਪੰਜਾਬ ਸਕਸੈਸਫੁਲ ਨਹੀਂ ਹੋ ਸਕਦਾ। ਸਾਡਾ ਯੂਥ ਜਿਹੜਾ ਆ ਉਹ ਬਾਹਰ ਨੂੰ ਜਾ ਰਿਹਾ, ਸਾਡਾ 40,000 ਕਰੋੜ ਰੁਪਈਆ ਅਪਰੋਕਸੀਮੇਟਲੀ ਫੀਸਾਂ ਦੇ ਜ਼ਰੀਏ ਬਾਹਰ ਜਾ ਰਿਹਾ। ਜੇ ਸਾਡਾ ਯੂਥ ਵੀ ਬਾਹਰ ਚਲੇ ਜਾਊ, ਸਾਡਾ ਪੈਸਾ ਵੀ ਬਾਹਰ ਚਲੇ ਜਾਊਗਾ, ਪੰਜਾਬ ਨੂੰ ਕੀ ਕਰਾਂਗੇ?
ਕਿਉਂਕਿ ਕਿੱਧਰ ਨੂੰ ਲੈ ਕੇ ਜਾਵਾਂਗੇ। ਔਰ ਆਉਣ ਵਾਲੀਆਂ ਜਨਰੇਸ਼ਨ ਸਾਡੇ ਕੋਲੋਂ ਇਹ ਪੁੱਛਣਗੀਆਂ ਵੀ ਭਾਈ ਤੁਸੀਂ ਵੀ ਆਏ ਸੀ ਕੁਝ ਸਮੇਂ ਲਈ ਤੇ ਤੁਸੀਂ ਕੀ ਕੀਤਾ। ਸੋ ਇਸ ਕਰਕੇ ਉਹਦੇ 'ਤੇ ਸੁਹਿਰਦਤਾ ਨਾਲ ਮੈਂ ਤਾਂ ਕਹਿੰਦਾ ਅਕਰੋਸ ਦਾ ਪਾਰਟੀ ਲਾਈਨ, ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਹੁੰਦਾ ਵੀ ਯਾਰ ਲੀਡਰਾਂ ਨੂੰ ਬਿਠਾ ਲਓ, 2-2 3-3 ਲੀਡਰਾਂ ਦੀ ਡਿਸਕਸ਼ਨ ਕਰਾਓ, ਲੋਕਾਂ ਨੂੰ ਉਹਦੇ ਵਿੱਚ ਬੇਸਿਕਲੀ ਪਾਰਟੀਸਪੇਟ ਕਰਨ ਦਿਓ, ਦੈਨ ਲੈਟ ਦਾ ਪੀਪਲ ਡਿਸਾਈਡ ਕਿ ਹਾਂ ਵੀ ਸਾਡੇ ਲਈ ਕੀ ਚੰਗਾ ਆ ਕੀ ਮਾੜਾ ਆ। ਅੱਛਾ, ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਨਵਾਂ ਬਣਾ ਰਹੇ ਹੋ ਇਹਦੀ ਕੋਈ ਟਾਈਮ ਲਿਮਿਟ ਹੈ ਐਗਜ਼ੈਕਟਲੀ, ਜਾਂ ਤੁਸੀਂ ਇਹਦੇ 'ਚ ਐਕਟਿਵ ਰੋਲ ਕਰ ਰਹੇ ਹੋ? ਡਿਸਕਸਿੰਗ, ਕਿਉਂਕਿ ਜਿਹੜੇ ਸਾਡੇ ਚਾਰੇ ਵਰਕਿੰਗ ਪ੍ਰਧਾਨ ਆ ਉਹ ਪ੍ਰਧਾਨ ਜੀ ਆ, ਬੇਸਿਕਲੀ ਅਸੀਂ 2-3-4 ਦਿਨ ਇਹਦੇ 'ਤੇ ਜ਼ਰੂਰ ਲਾਉਣੇ ਹੈਗੇ ਆ। ਕੋਈ ਲੈਟ ਅਸ ਹੈਵ ਏ ਫੀਡਬੈਕ, ਔਰ ਸਾਰਿਆਂ ਨੂੰ ਕਿਤੇ ਨਾ ਕਿਤੇ ਜੋ ਵੀ ਫੀਡਬੈਕ ਹੈਗੀ ਆ, ਕਿਉਂਕਿ ਸੀਟ ਵਾਈਜ਼ ਵੀ ਕਿਹਨੂੰ ਕੌਣ ਸੂਟ ਕਰਦਾ ਕਿਹਨੂੰ ਕੌਣ ਸੂਟ ਕਰਦਾ, ਸੋ ਉਹਦੇ ਮੁਤਾਬਕ ਅਸੀਂ ਜਿਹੜਾ ਆ ਉਹ ਕੰਮ ਕਰ ਰਹੇ ਹਾਂ ਐਂਡ ਹੋਪਫੁਲੀ ਇੱਕ ਅੱਧੇ ਹਫ਼ਤੇ 'ਚ 10 ਦਿਨਾਂ 'ਚ ਇਹਨੂੰ ਸੌਰਟ ਆਊਟ ਕਰ ਲਾਂਗੇ। ਥੈਂਕ ਯੂ ਪ੍ਰਗਟ ਸਿੰਘ ਜੀ। ਥੈਂਕ ਯੂ। ਤੇ ਐਸਨ ਪ੍ਰਗਟ ਸਿੰਘ ਜੀ ਜੋ ਦੱਸ ਰਹੇ ਸੀ ਕਿ ਪੰਜਾਬ ਕਾਂਗਰਸ ਦਾ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ, ਜੋ ਸੰਗਠਨਾਤਮਕ ਜੋ ਚੇਂਜ ਹੋਣੇ ਹੈ ਉਹ ਜਲਦੀ ਹੀ ਕਰ ਲਏ ਜਾਣਗੇ ਤੇ ਪੰਜਾਬ ਇਲੈਕਸ਼ਨਾਂ ਦੇ ਲਈ ਜਿਹੜੀ ਪੰਜਾਬ ਕਾਂਗਰਸ ਹੈ ਉਹ ਤਿਆਰ ਬਰ ਤਿਆਰ ਹੈ। ਕੈਮਰਾ ਪਰਸਨ ਅਮਰ ਸਿੰਘ ਦੇ ਨਾਲ ਨਵੀਨ ਸ਼ਰਮਾ, MH1 ਪ੍ਰਾਈਮ, ਚੰਡੀਗੜ੍ਹ।